ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਥਾ ਅਧਿਆਇ ਦੋਹਰਾ। ਬ੍ਰਹਮ ਮਹੂਰਤ ਉੱਠੇ ਨਰ, ਚਿਤਵੈ ਏਤੀ ਬਾਤ। ਕੋ ਪ੍ਰਭ ਕੋ ਮੈਂ ਕੋਇ ਹਿਤ, ਕੌਣ ਸਖਤ ਕੋ ਜਾਤ। ਬ੍ਰਹਮ ਮਹੂਰਤ ਉੱਠੇ ਨਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਕਿਰਪਾ ਨਾਲ ਚਾਣਕੇ ਨੀਤੀ ਦਾ ਅੱਜ ਚੌਥਾ ਅਧਿਆਇ ਪ੍ਰਾਰੰਭ ਕਰ ਰਹੇ ਹਾਂ। ਆਓ ਆਪਾਂ ਇਹਦੀ ਵਿਚਾਰ ਜਿਹੜੀ ਹੈ ਕਰੀਏ। ਬ੍ਰਹਮ ਮਹੂਰਤ ਉੱਠੇ ਨਰ, ਬਹੁਤ ਵੱਡਾ ਉਪਦੇਸ਼ ਗੁਰਬਾਣੀ ਦਾ ਵੀ ਇਹੀ ਫਰਮਾਨ ਆ। ਅੰਮ੍ਰਿਤ ਵੇਲਾ ਸੱਚ ਨੌ ਵਡਿਆਈ, ਵਿਚਾਰ ਚਾ ਲਾਗੇ ਉਠ ਨਾਮ ਜਪ, ਨਿਸਬਾਸਰ ਆਰਾਧ। ਕਾੜਾ ਤੁਝੇ ਨਾ ਵਿਆਪਈ, ਨਾਨਕ ਮਿਟੇ ਉਬਾਦ। ਉਹੀ ਇਥੇ ਵਿਚਾਰਿਆ। ਚਾਣਕੇ ਰਿਸ਼ੀ ਜੀ ਲਿਖਦੇ ਆ, ਬ੍ਰਹਮ ਮਹੂਰਤ ਪ੍ਰਾਤ ਕਾਲ ਦਾ ਸਮਾਂ, ਅੰਮ੍ਰਿਤ ਵੇਲੇ ਦਾ, ਸਵੇਰੇ ਵੇਲੇ। ਬ੍ਰਹਮ ਮਹੂਰਤ ਹੁੰਦਾ, ਬ੍ਰਹਮ ਤੇ ਮਹੂਰਤ ਹੁੰਦਾ ਜਿਵੇਂ ਮਹੂਰਤ ਦੇ ਕਈ ਤਾਂ ਦੋ ਘੜੀਆਂ, ਭਾਵ ਜਿਹੜਾ ਪਰਮੇਸ਼ਰ ਦਾ ਸਮਾਂ ਉਹ ਕਿਹੜਾ ਆ, ਅੰਮ੍ਰਿਤ ਵੇਲਾ ਹੀ। ਸਾਰੇ ਉਹਦੇ ਵੇਲੇ ਆ, ਮਤਲਬ ਖਾਸ ਜਿਹੜਾ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ 3 ਵਜੇ 2-2:30 ਵਜੇ ਦੇ ਕਰੀਬ ਉੱਠਣਾ, ਉਦੋਂ ਇਹ ਪੁਰਸ਼ ਉੱਠੇ। ਠੀਕ ਹੈ ਜੀ। ਚਿਤਵੇ ਏਤੀ ਬਾਤ, ਤੇ ਚਿਤਵੇ ਕਹੀਏ ਸੋਚੇ, ਵਿਚਾਰ ਕਰੇ, ਚੇਤੇ ਕਰੇ। ਏਤੀ ਗਈ ਇਤਨੀ ਕੁ, ਇੰਨੀ ਕੁ ਜਿਹੜੀ ਨਾ ਗੱਲਬਾਤ ਆ, ਉਹ ਆਪਣੇ ਚੇਤੇ ਵਿੱਚ, ਦਿਲ ਵਿੱਚ ਵਿਚਾਰ ਨਾ ਕਰੇ, ਉਹਦਾ ਨਿਰਣਾ ਕਰੇ। ਜਾਂ ਚਿਤਵੇ ਦਾ ਅਰਥ ਇੱਥੇ ਮਨ ਵੀ ਲਾ ਲੈਣਾ ਨਹੀਂ, ਜਾਂ ਇੱਥੇ ਇੱਦਾਂ ਵੀ ਚਿੱਤ ਵਿੱਚ ਇੰਨੀ ਕੁ ਗੱਲ ਸੋਚੇ, ਜਾਂ ਮਨ ਵਿੱਚ ਇੰਨੀ ਕੁ ਗੱਲ ਚਿਤਵੇ ਕਹੀਏ ਸੋਚੇ, ਚਿਤਵਨੀ ਕਰੇ। ਕਿਹੜੀ ਕਰੇ? ਕੋ ਪ੍ਰਭ ਕੋ ਮੈਂ ਕੋਇ ਹਿਤ, ਕਿ ਪ੍ਰਭੂ ਕੀ ਹੈ ਤੇ ਮੈਂ ਕੀ ਹਾਂ। ਕੋ ਪ੍ਰਭ, ਪ੍ਰਭੂ ਕੀ ਆ, ਰੱਬ ਕੀ ਆ। ਤੇ ਜਾਂ ਵੀ ਮੇਰਾ ਅਸਲ ਪ੍ਰਭੂ ਕਹੀਏ ਮਾਲਕ ਕੌਣ ਹੈ, ਤੇ ਮੈਂ ਤੇ ਮੈਂ ਕੌਣ ਹਾਂ, ਮੈਂ ਕੀ ਹਾਂ। ਰੱਬ ਕੀ ਹੈ, ਮੈਂ ਕੀ ਹਾਂ। ਜਾਂ ਪਰਮਾਤਮਾ ਕੌਣ ਹੈ, ਮੈਂ ਕੌਣ ਹਾਂ। ਇਸ ਪ੍ਰਕਾਰ ਕੋ ਦਾ ਅਰਥ ਕੌਣ ਵੀ ਹੁੰਦਾ ਤੇ ਕੀ ਵੀ ਹੁੰਦਾ। ਕੋਇ ਹਿਤ, ਮੇਰਾ ਭਲਾ ਵੀ ਕਿਸ ਵਿੱਚ, ਹਿਤ ਨਾਮ ਭਲੇ ਦਾ। ਮੇਰਾ ਕਿਸ ਗੱਲ ਵਿੱਚ ਭਲਾ ਵਾ, ਕਿਹੜਾ ਕੋਈ ਕਹੀਏ ਕਿਹੜਾ ਭਲਾ ਮੇਰਾ, ਕਿਹਦੇ ਵਿੱਚ ਭਲਾ ਮੇਰਾ। ਇਹ ਵੀ ਮੇਰਾ ਹਿਤ ਕਰਨ ਵਾਲਾ ਕੌਣ ਹੈ। ਜਾਂ ਇਵੇਂ ਵੀ ਕੋਈ ਹਿਤ, ਪ੍ਰੇਮ ਕਰਨ ਵਾਲੇ ਜਿਹੜੇ ਮੇਰੇ ਨਾਲ ਉਹ ਸੰਬੰਧੀ ਕੌਣ ਹਨ। ਕੌਣ ਸਖਤ, ਫਿਰ ਉਹ ਕਿਹੜੀ ਐਸੀ ਸਖਤ ਕਹੀਏ ਸ਼ਕਤੀ ਆ, ਤਾਕਤ ਆ, ਜਿਹੜੀ ਇਸ ਜਗਤ ਦੇ ਸਮੁੱਚੇ ਪ੍ਰਬੰਧ ਨੂੰ ਚਲਾ ਰਹੀ ਹੈ। ਕਿਹੜੀ, ਕੌਣ ਕਹੀਏ ਕਿਹੜੀ ਉਹ ਸ਼ਕਤੀ ਹੈ ਜਿਹੜੀ ਸੰਸਾਰ ਨੂੰ, ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਕੋ ਜਾਤ, ਤੇ ਕਿਹੜੀ ਮੇਰੀ ਜਾਤੀ ਹੈ, ਮੇਰੀ ਕਿਹੜੀ ਜਾਤ ਹੈ, ਜਾਤੀ ਕਿਹੜੀ ਹੈ ਮੇਰੀ।
ਮੈਂ ਕਿਹੜੀ ਜਾਤੀ ਦਾ ਹਾਂ, ਮੇਰੀ ਕੌਣ ਦਾ ਅਰਥ ਕੋ ਦਾ ਸੀ, ਮੇਰੀ ਜਾਤ ਕੀ ਹੈ ਜਾਂ ਮੇਰੀ ਕਿਹੜੀ ਜਾਤੀ ਹੈ, ਕੌਣ ਮੇਰੀ ਜਾਤੀ ਹੈ। ਇਸ ਤਰ੍ਹਾਂ ਕਿ ਵੀ ਕੀ ਮੈਂ ਜਿਹੜਾ ਵਾ ਮਨੁੱਖ ਜਾਤੀ ਤੇ ਕਲੰਕ ਦੇ ਨਹੀਂ, ਕੋ ਜਾਤ ਵੀ ਕੀ ਮੇਰੀ ਮਨੁੱਖ ਜਾਤੀ ਆ, ਮੈਂ ਕਦੇ ਮਨੁੱਖ ਜਾਤੀ ਦੇ ਨਾਂ ਦੇ ਕਲੰਕ ਤੇ ਨਹੀਂ ਆ, ਕਿ ਮੈਂ ਬੰਦਿਆਂ ਵਾਲੇ ਕੰਮ ਕਰਦਾ, ਕਦੇ ਇਹ ਤਾਂ ਨਹੀਂ ਕਿ ਮਨੁੱਖਾਂ ਵਾਲਾ ਸਰੀਰ ਹੁੰਦਿਆਂ ਆ ਤੇ ਪਸ਼ੂਆਂ ਵਾਲੇ ਕੰਮ ਤਾਂ ਨਹੀਂ ਕਿਤੇ ਕਰ ਰਿਹਾ, ਕਿ ਕਰਤੂਤ ਪਸ਼ੂ ਕੀ ਮਾਂਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਪੇਟ ਭਰਿਓ ਪਸ਼ੂ ਅਜੇ ਸੋਇਓ, ਮਨੁੱਖ ਜਨਮ ਹਾਰਿਓ, ਕਿਤੇ ਹਾਰਿਆ ਤਾਂ ਨਹੀਂ ਫਿਰਦਾ ਮੈਂ ਮਨੁੱਖ ਜਾਤੀ ਆਪਣੀ ਤੋਂ। ਹਾਂਜੀ, ਜਿਵੇਂ ਵਿਚਾਰ ਸਾਗਰ ਚ ਨਾਲ ਸੰਬੰਧਿਤ ਹੁੰਦਾ ਨਾ, ਇਕੰਤ ਹੈ ਸੋਧਨ ਲੱਗਿਓ ਕੋ ਹੰ ਕੋ ਸੰਸਾਰ, ਇਕਾਂਤ ਹੋ ਕੇ ਉਹ ਸੋਧਨ ਵਿਚਾਰਨ ਲੱਗਿਆ ਸਿੱਖ। ਪਹਿਲੀ ਤਰੰਗ ਜੀ ਆਉਂਦਾ, ਕੌਣ ਮੈਂ ਹਾਂ, ਹੰ ਕਹੀਏ ਮੈਂ ਕੌਣ ਹਾਂ, ਤੇ ਕੋ ਕਹੀ ਸੰਸਾਰ ਕੌਣ ਹੈ। ਮਤਲਬ ਦੋਹਰੇ ਦਾ ਇਹ ਵੀ ਬ੍ਰਹਮ ਮੁਹੂਰਤ ਉੱਠੇ ਨਾਲ ਵੀ ਸਭ ਤੋਂ ਪਹਿਲਾਂ ਨਾ ਜਿਹੜਾ ਮਨੁੱਖ ਆ ਬ੍ਰਹਮ ਮੁਹੂਰਤ ਅੰਮ੍ਰਿਤ ਵੇਲੇ ਤੜਕੇ ਵੱਡੇ ਉੱਠੇ ਤੇ ਆਪਣੇ ਸਵਾਮੀ ਗੁਰੂ ਦਾ ਦਿੱਤਾ ਹੋਇਆ ਵਾਹਿਗੁਰੂ ਮੰਤਰ, ਮੂਲ ਮੰਤਰ ਗੁਰਬਾਣੀ ਦਾ ਜਿਹੜਾ ਜਾਪ ਤੇ ਕਰੇ, ਧਿਆਨ ਕਰੇ, ਉਹਦਾ ਭਜਨ ਸਿਮਰਨ ਕਰੇ। ਫਿਰ ਇਹ ਵਿਚਾਰੇ ਕਿ ਇਹ ਵਿਚਿਤਵੇ ਤੀ ਬਾਤ, ਇੰਨੀ ਗੱਲ ਹੀ ਵਿਚਾਰੇ ਵੀ ਜਿਹੜਾ ਕਿ ਮੈਂ ਕੀ ਵਸਤੂ ਹਾਂ ਤੇ ਜਿਹੜਾ ਸਰੀਰ ਵੀ ਮੈਂ ਕੀ ਵਸਤੂ ਹਾਂ, ਸਰੀਰ ਹਾਂ ਜਾਂ ਵੀ ਇੰਦਰੀਆਂ ਹਾਂ, ਮਨ ਬੁੱਧ ਆਦਿ ਵਿਕਾਰ ਕਰਕੇ ਜਿਹੜਾ ਇਹਨਾਂ ਕਰਕੇ ਮੈਂ ਮੈਲਾ ਤੇ ਨਹੀਂ ਆ। ਠੀਕ ਆ, ਪ੍ਰਭੂ ਦਾ ਤੇ ਸਿਮਰਨ ਭਜਨ ਕਰੇ ਤੇ ਕੋ ਮੈਂ ਵੀ ਮੈਂ ਕੌਣ ਹਾਂ, ਮਨ ਬੁੱਧ ਇੰਦਰੀ ਤੇ ਨਹੀਂ ਆ ਕਿ ਆਤਮਾ ਸੋ ਜਾਨ, ਇਹਦਾ ਵਿਚਾਰ ਦੀ ਵਿਚਾਰ ਕਰਕੇ ਹੰਕਾਰ ਤੋਂ ਰਹਿਤ ਹੋਵੇ, ਮੈਂ ਤੇ ਮਨ ਨਹੀਂ ਆ, ਬੁੱਧ ਨਹੀਂ ਆ। ਤੇ ਕੋਈ ਹਿੱਤ ਵੀ ਮੇਰਾ ਹਿੱਤ ਕਰਨ ਵਾਲਾ ਕੌਣ ਆ, ਉਹ ਸੋਚੇ ਵੀ ਮੇਰਾ ਗੁਰੂ ਹੀ ਮੇਰਾ ਭਲਾ ਕਰਨ ਵਾਲਾ, ਸਤਿਗੁਰ ਸਭਨਾਂ ਦਾ ਭਲਾ ਮਨਾਏਦਾ। ਤੇ ਕੌਣ ਸਕਤ, ਫਿਰ ਇਹ ਵੀ ਵਿਚਾਰੇ ਵੀ ਇਸ ਨੂੰ ਚਲਾਉਣ ਵਾਲੀ ਕਿਹੜੀ ਸੱਤਾ, ਤੇ ਇਹ ਸੋਚੇ ਵੀ ਸਾਰੇ ਬ੍ਰਹਿਮੰਡ ਨੂੰ ਪ੍ਰਮਾਤਮਾ ਦੀ ਸੱਤਾ ਹੀ ਚਲਾ ਰਹੀ, ਕੋਟ ਬ੍ਰਹਿਮੰਡ ਕੋ ਠਾਕੁਰ ਸੋ ਉਹ ਜਾਤ, ਤੇ ਫਿਰ ਵੀ ਮੇਰੀ ਕੋਈ ਜਾਤੀ ਨਹੀਂ ਆ। ਇਹ ਮਨ ਤੋਂ ਰਹਿਤ ਹੋਣਾ ਕਰੇ, ਕਿਉਂਕਿ ਆਤਮਾ ਦੀ ਜਾਤੀ ਨਹੀਂ, ਜਾਤਾਂ ਸਰੀਰ ਦੀਆਂ ਹੁੰਦੀਆਂ। ਇਸ ਪ੍ਰਕਾਰ ਇਹ ਸਮਝ ਲੈਣਾ ਜਿਹੜਾ ਪਹਿਲੇ ਦੋਰੇ ਦਾ ਮਤਲਬ। ਪੜਨਾ ਗੋੜਨਾ, ਪੜਨਾ ਗੁਣਨਾ ਸਰਬ ਗੁਣ, ਇਹ ਪਾਠ ਆ। ਗੁੜਨਾ ਪਾਠ ਵੀ ਅੱਖਰ ਅਰਥ ਤੇ ਉਹੀ ਬਣਨਾ, ਪੜਨਾ ਗੁਣਨਾ ਦਾ, ਪਰ ਇੱਥੇ ਉਹ ਨਹੀਂ ਪਾਠ ਲਾਉਣਾ, ਇੱਥੇ ਗੁਣਨਾ ਲਾਉਣਾ, ਗੱਗੇ ਔਂਕੜ ਨੰਨਾ ਨਾਣੇ ਕੰਨਾ, ਪੜਨਾ ਗੁਣਨਾ ਸਰਬ ਗੁਣ, ਤੇ ਗੁਣ ਪਾਠ ਗੱਗੇ ਔਂਕੜ ਨੰਨੇ ਨਾ ਨਾਣੇ ਨਾਣੀ। ਅਰਥ ਭਾਵੇਂ ਉਹੀ ਨਿਕਲਦਾ ਪਰ ਸ਼ੁੱਧ ਪਾਠ ਨੰਨੇ ਨਾ ਸਮਝਣ। ਜੋ ਧਾਰਮਿਕ ਗ੍ਰੰਥਾਂ ਦਾ ਪੜ੍ਹਨਾ, ਗੁਣਨਾ ਜਿਹੜਾ ਵਿਚਾਰਨਾ ਹੈ, ਹਾਂਜੀ, ਅਤੇ ਸਰਬ ਗੁਣ ਸਾਰੇ ਜਿਹੜੇ ਸ਼ੁਭ ਗੁਣ ਧਾਰਨ ਕਰਕੇ ਸ਼ਾਸਤਰ ਕੋ ਅਵਲੋਏ, ਤੇ ਇਹ ਜਿਹੜੇ ਸ਼ਾਸਤਰ ਗ੍ਰੰਥਾਂ, ਸ਼ਾਸਤਰ ਕੀ ਅਵਲੋਏ, ਸ਼ਾਸਤਰ ਕੀ ਪਾਠ ਹੈ, ਇੱਥੇ ਕੋ ਪਾਠ ਨਹੀਂ, ਭਾਵ ਸ਼ਾਸਤਰਾਂ ਦੀ ਗ੍ਰੰਥਾਂ ਦੀ ਅਵਲੋਏ ਜੋ ਆਗਿਆ ਹੈ। ਹਾਂਜੀ, ਮਤਲਬ ਵੀ ਇਸ ਚਣਾਕਾ ਗ੍ਰੰਥ ਨੂੰ ਅਵਲੋਏ ਕਹੀਏ, ਦੇਖ ਭਾਵ ਪੜ੍ਹ ਪੁੜ ਕੇ ਨਾ ਵਿਚਾਰ ਕਰਕੇ ਸਾਰੇ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ। ਸਰਬ ਜਿਹੜਾ ਪੜ੍ਹਨਾ ਆ, ਗੁਣਾਂ ਵਿਚਾਰਨਾ ਆ, ਤੇ ਸਰਬ ਗੁਣ ਸਾਰੇ ਜਿਹੜੇ ਸ਼ੁਭ ਗੁਣ ਆ ਧਾਰਨ ਕਰਕੇ ਇਹ ਸਾਰੇ ਗ੍ਰੰਥਾਂ ਦੀ ਜਿਹੜੀ ਅਵਲੋਏ ਕਹੀਏ ਆ ਗਿਆ ਵਾ, ਉਹਨੂੰ ਧਾਰਨ ਕਰੇ। ਠੀਕ ਆ ਜੀ,
ਅਰਥ ਧਰਮ ਕਾਮ ਮੁਕਤ। ਫਿਰ ਜਿਹੜਾ ਧਰਮ ਅਰਥ ਧਰਮ ਚ ਪਰਪੱਕ ਰਹਿਣਾ, ਅਰਥ ਮਾਇਆ ਵੱਲੋਂ ਕਮੀ ਨਾ ਰਹਿਣੀ, ਕਾਮਨਾ ਇੱਛਾਵਾਂ, ਮੁਕਤ ਜਿਹੜੀ ਮੁਕਤੀ ਹੈ, ਬੰਧਨਾਂ ਤੋਂ ਮੁਕਤ ਹੋ ਜਾਣਾ। ਇਸ ਰੂਪ ਜਿਹੜੇ ਚਾਰੇ ਪਦਾਰਥ ਆ ਇਨਮੈਂ ਕੁਸਲੀ ਹੋਏ। ਚਾਰੇ ਪਦਾਰਥ ਵੀ ਪ੍ਰਾਪਤ ਹੋ ਜਾਂਦੇ ਆ ਤੇ ਇਹਨਾਂ ਵਿੱਚ ਹੀ ਜੀਵ ਦੀ ਕੁਸਲੀ ਕਹੀਏ ਕਲਿਆਣ ਹੋਏ ਹੁੰਦੀ ਹੈ। ਠੀਕ ਹੈ ਜੀ, ਇਹਨਾਂ ਦੀ ਜਿਹੜੀ ਕੁਸਲਤਾ ਹੁੰਦੀ ਹੈ, ਕੁਸਲੀ ਨਾਮ ਕਲਿਆਣ ਦਾ। ਪੜ੍ਹਨਾ ਗੁਣਨਾ ਜਿਹੜਾ ਆ ਇਹਦੇ ਬਾਰੇ ਦੱਸਣ ਦੇ ਆ। ਪੜ੍ਹਨਾ ਗੁਣਨਾ ਸਰਬ ਗੁਣ। ਪੜ੍ਹਨਾ ਵੀ ਜਿਹੜਾ ਕੋਈ ਬ੍ਰਹਮ ਵਿਦਿਆ ਜਾਂ ਸਕੂਲੀ ਵਿਦਿਆ ਹਾਸਲ ਕਰਨੀ, ਧਾਰਮਿਕ ਪੁਸਤਕਾਂ ਦਾ ਪੜ੍ਹਨਾ। ਫਿਰ ਗੁਣਨਾ ਕਈ ਉਹਦਾ ਵਿਚਾਰ ਕਰਨਾ। ਠੀਕ ਹੈ ਜੀ, ਪੜ੍ਹਾਈ ਕਰਨੀ, ਵਿਚਾਰ, ਸਭ ਚੰਗੇ ਚੰਗੇ ਗੁਣ, ਸਾਰੇ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਦੇਖਣਾ, ਵਿਚਾਰਨਾ, ਸਮੇਂ ਸਮੇਂ ਸਾਰਿਆਂ ਦੀ ਦੇਖਭਾਲ, ਅਵਲੋਏ ਕਹੀਏ, ਸ਼ਾਸਤਰਾਂ ਦੀ ਅਵਲੋਏ ਦੀ ਦੇਖਭਾਲ ਕਰਕੇ ਨਾ ਦੁਨੀਆਦਾਰੀ ਵਿੱਚ ਰਹਿੰਦਿਆਂ ਚੰਗੀ ਮਿਹਨਤ ਕਰਕੇ ਧਨ ਪਦਾਰਥ ਪ੍ਰਾਪਤ ਕਰੇ। ਪੜ੍ਹ ਲੈ ਕੇ ਕਿਸੇ ਸਮੇਂ ਵੀ ਵਿਚਾਰ ਤੋਂ ਬਿਨਾਂ ਨਾ ਹੋਵੇ। ਸ਼ੁਭ ਗੁਣ ਜਿੱਥੋਂ ਵੀ ਮਿਲਣ ਉੱਥੋਂ ਹੀ ਧਾਰਨ ਕਰੇ। ਦੁਸ਼ਮਣ ਤੋਂ ਆਪਣੀ ਗਰੀਬੀ ਗੁਰਬੇ ਦੀ, ਧੀ ਭੈਣ ਦੀ, ਮਜ਼ਲੂਮ ਦੀ ਰਾਖੀ ਵਾਸਤੇ ਸ਼ਸਤਰ ਦੀ ਸਿਖਲਾਈ ਲਵੇ। ਠੀਕ ਆ ਜੀ, ਅਰਥਾਤ ਵੀ ਪੜ੍ਹਨਾ ਤੇ ਜਿਹੜਾ ਵਿਚਾਰਨਾ ਨਾ ਗ੍ਰੰਥ ਤੇ ਸਾਰੇ ਚੰਗੇ ਚੰਗੇ ਗੁਣਾਂ ਦੀ ਦੇਖਭਾਲ ਕਰਨੀ ਤੇ ਧਰਮ ਅਰਥ ਕਾਮ ਮੋਖ ਦੀ ਇਹਨਾਂ ਸਭਨਾਂ ਵਿੱਚ ਪਰਪੱਕ ਹੋਵੇ, ਭਾਵੇਂ ਇਹਨਾਂ ਦੀ ਯੋਗਤਾ ਹਾਸਲ ਕਰੇ। ਕਿਉਂਕਿ ਕਹਿਣ ਤੋਂ ਭਾਵ ਤੇ ਇਹ ਹੈ ਵੀ ਜਿੱਥੇ ਪੜ੍ਹਾਈ ਆ ਉਹ ਉੱਥੇ ਮਨੁੱਖ ਦੀ ਤੀਸਰੀ ਅੱਖ ਮੰਨੀ ਹੈ। ਉੱਥੇ ਨਾਲ ਹੀ ਵਿਚਾਰ ਵੀ ਬਹੁਤ ਜ਼ਰੂਰੀ ਹੈ। ਜੇ ਪੜ੍ਹ ਲਿਆ ਤੇ ਵਿਚਾਰਨਾ ਬੜਾ ਜ਼ਰੂਰੀ ਆ। ਪੜ੍ਹਨਾ ਫਿਰ ਉਹਨੂੰ ਵਿਚਾਰਨਾ ਬਹੁਤ ਜ਼ਰੂਰੀ। ਕਿਉਂਕਿ ਕਾਂਸੀ ਤੋਂ ਪੜ੍ਹ ਕੇ ਸਾਰ ਕਿਤਾਬ 'ਚ ਕਸਾਖੀ ਆਉਂਦੀ ਵੀ 4 ਵਿਦਵਾਨ ਆਏ ਸੀ, ਕਾਂਸੀ ਤੋਂ ਪੜ੍ਹੇ ਤੇ ਬਿਨਾਂ ਸੋਚ ਵਿਚਾਰ ਤੋਂ ਉਹਨਾਂ ਬੜੀ ਵਿਦਿਆ ਪੜ੍ਹੀ ਸੀ। ਸ਼ੇਰ ਦੀਆਂ ਜਿਹੜੀਆਂ ਹੱਡੀਆਂ ਜੋੜ ਦਿੱਤੀਆਂ ਇੱਕ ਨੇ, ਦੂਜੇ ਨੇ ਪਿੰਜਰਾ ਕਾਇਮ ਕਰ ਦਿੱਤਾ। ਫਿਰ ਉਸ ਵਿੱਚ ਜਾਨ ਪਾ ਕੇ ਤੇ ਆਪਣੇ ਆਪ ਨੂੰ ਇਹਨਾਂ ਮਰਵਾ ਲਿਆ ਸੀ। ਵਿਦਿਆ ਜਾਣਦੀ ਸੀ। ਬਿਨ ਵਿਚਾਰ ਕਹੋ ਕਾਰ ਕਹਿ, ਕਿਹਰ ਕਰਿਓ ਵਿਨਾਸ਼। ਵਿਚਾਰ ਤੋਂ ਬਿਨਾ ਵਿਦਿਆ ਪੜ੍ਹੀ ਕੇ ਕੰਮ ਤਾਂ ਨਾ ਆਈ। ਬਿਨਾਂ ਵਿਚਾਰ ਦਾ ਵੇਲੋ ਤਾਕਤ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਜੰਗਲ ਦਾ ਬਾਦਸ਼ਾਹ ਕਹਾਉਣ ਵਾਲਾ ਜਿਹੜਾ ਸ਼ੇਰ ਆ, ਉਹ ਇਹ ਨਿੱਕੇ ਜਿਹੇ ਖਰਗੋਸ਼ ਦੀ ਚਲਾਕੀ ਕਾਰਨ ਹੀ ਆਪਣੀ ਜਾਨ ਗਵਾ ਬੈਠਾ ਸੀ। ਕਿਉਂਕਿ ਜੇ ਵਿਚਾਰ ਹੈ ਬਲ ਤਿਸੈ, ਬਿਨ ਵਿਚਾਰ ਬਲ ਨਾਹੀਂ। ਆਂਦੇ ਏਕ ਪਰਮਤ ਨਾਹਰ ਬਨੇ, ਸਸੇ ਬਿਨਾਸੇ ਤਾਹੀ। ਇੱਕ ਵਿਸ਼ੇਸ਼ ਮਤ ਵਾਲਾ ਜਿਹੜਾ ਸਸਾ ਸੀ, ਉਹਨੇ ਜੰਗਲ ਦੇ ਜਿਹੜਾ ਨਾਹਰ ਸ਼ੇਰ ਨੂੰ ਨਾਸ ਕਰ ਦਿੱਤਾ ਇੱਕ ਵਿਸ਼ੇਸ਼ ਮਤ ਕਰਕੇ। ਜੇ ਵਿਚਾਰ ਹੈ ਬਲ ਸੇ, ਜਿਹਦੇ 'ਚ ਵਿਚਾਰ ਹੈ ਬਲ ਉਸੇ ਦਾ ਹੀ। ਬਿਨ ਵਿਚਾਰ ਬਲ ਨਾ ਹੈ, ਕੋਈ ਵਿਚਾਰ ਨਹੀਂ। ਫਿਰ ਕਾਹਦੀ ਵਿਚਾਰ ਆ? ਜੇ ਵਿਚਾਰ ਨਹੀਂ ਫਿਰ ਕਾਹਦਾ ਬਲ ਆ? ਅਕਲ ਕਾਹਦੀ? ਅਕਲ ਨਹੀਂ ਹੈਗੀ ਤੇ ਬਲ ਕਾਹਦਾ? ਵੱਡੇ ਵੱਡੇ ਮਾਰ ਖਾ ਜਾਂਦੇ। ਇਸ ਕਰਕੇ ਪੜ੍ਹਨਾ ਤੇ ਗੁਣਨਾ, ਫਿਰ ਉਹਦੀ ਵਿਚਾਰ ਕਰਨੀ। ਪੜ੍ਹ ਕੇ ਤੇ ਚੰਗੇ ਜਿਹੜੇ ਸਰਬ ਗੁਣ, ਚੰਗੇ ਗੁਣ ਜਿੱਥੋਂ ਮਿਲਦੇ ਆ ਸਾਰੇ ਗੁਣ ਧਾਰਨ ਕਰ ਲੈਣੇ। ਸ਼ਾਸਤਰ ਕੀ ਲੋਹੇ ਭਾਵ ਆਗਿਆ ਨੂੰ ਮੰਨਣਾ ਚਾਹੀਦਾ। ਫਿਰ ਜਿਹੜਾ ਧਰਮ ਵਿੱਚ ਪੱਕਿਆ ਰਹਿਣਾ ਚਾਹੀਦਾ ਹੈ।
ਅਰਥ ਹੁੰਦਾ ਧਨ, ਵੀ ਧਨ ਦੀ ਵੀ ਪਦਾਰਥ ਦੀ ਵੀ ਲੋੜ ਆ ਸੰਸਾਰ ਵਿੱਚ ਰਹਿੰਦੇ। ਧਨ ਦੌਲਤ ਦੇ ਨਾਲ ਨਾਲ ਧਰਮੀ ਹੋਣਾ ਵੀ ਲਾਜ਼ਮੀ ਹੈ। ਜਿਹੜੀ ਕਾਮ ਵਾਸ਼ਨਾ ਤਮਾਮ ਵਾਸ਼ਨਾਵਾਂ ਉੱਪਰ ਕਾਬੂ ਪਾਉਂਦਿਆਂ ਇਹਨਾਂ ਵਿੱਚ ਫਸੇ ਨਹੀਂ ਰਹਿਣਾ, ਇੱਛਾਵਾਂ ਵੀ ਪੂਰੀਆਂ ਕਰਨੀਆਂ ਤੇ ਫਸੇ ਵੀ ਨਹੀਂ ਰਹਿਣਾ। ਤੇ ਮੁਕਤ, ਫਿਰ ਮੁਕਤੀ ਵੀ ਇਹ ਪ੍ਰਾਪਤ ਹੋਈ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਆ। ਤੇ ਜਾਂ ਵੀ ਇਹਨਾਂ ਕਾਮ ਜਿਹੜੀਆਂ ਵਾਸ਼ਨਾਵਾਂ ਇੱਛਾਵਾਂ ਤੋਂ ਮੁਕਤ ਹੋਣ ਦੀ ਜਿਹੜੀ ਭਾਵਨਾ ਵੀ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਤਾਂ ਦੀ ਮਨੁੱਖਾ ਜਨਮ ਸਫਲ ਹੋ ਸਕਦਾ। ਇਹਨਾਂ ਵਿੱਚ ਰਹਿੰਦਿਆਂ ਹੀ ਕੁਛ ਦੀ ਕਲਿਆਣ ਹੋ ਸਕਦੀ ਹੈ, ਮਨੁੱਖਾ ਜਨਮ ਸਫਲ ਹੋ ਸਕਦਾ। ਉਂਝ ਦੇ ਪੜ੍ਹਨਾ ਜਿਹੜਾ ਨਾ ਇਹਦੇ ਬਾਰੇ ਨਾਨਕ ਪ੍ਰਕਾਸ਼ ਵੀ ਬੜਾ ਖੋਲ ਕੇ ਆਉਂਦਾ ਤਾਂ, ਤੇ ਉੱਥੇ ਵੀ ਪੜ੍ਹਨ ਬਾਰੇ ਦੱਸਿਆ ਨਾਨਕ ਪ੍ਰਕਾਸ਼ ਗੁਰੂ ਸਾਹਿਬ ਜੀ ਨੇ। ਉਸਤ ਖਾਨ ਇੱਕ ਦਿੰਦਾ ਵੀ ਧਰਮ ਜਿਹੜੇ ਪੁਸਤਕ ਆ ਉਹਨਾਂ 'ਚ ਪੜ੍ਹਨਾ 3 ਪ੍ਰਕਾਰ ਦਾ ਦੱਸਿਆ। ਇੱਕ ਦਿੰਦਾ ਉਸਤ ਖਾਨ। ਉਸਤ ਖਾਨ ਫਾਰਸੀ ਦਾ ਸ਼ਬਦ ਹੈ। ਉਹ ਵਸਤੂ ਜੋ ਭੋਜਨ ਕਰਕੇ ਸਿੱਟ ਦਿੱਤੀ ਜਾਵੇ, ਜਿਵੇਂ ਮਾਸ ਦੀ ਹੱਡੀ, ਫਲ ਦੀ ਗੁਠਲੀ ਆਦਿ ਖਾਣ ਤੋਂ ਬਚੀ ਹੋਈ ਜਿਹੜੀ ਹੱਡੀ ਉਹ ਸੁੱਟ ਦਿੱਤੀ ਜਾਂਦੀ, ਇਹਨੂੰ ਕਹਿੰਦਾ ਉਸਤ ਖਾਨ। ਤੇ ਗੋਸ਼ਤ ਦੂਸਰਾ ਹੁੰਦਾ ਗੋਸ਼ਤ, ਮਾਸ ਦਾ ਖਾਣਾ, ਪੋਲਾ ਪੋਲਾ ਖਾਣਾ ਬਸ। ਤੇ ਤੀਸਰਾ ਹੈਗਾ ਮਗਜ਼ੇ। ਮਗਜ਼ੇ ਸ਼ਬਦ ਫਾਰਸੀ ਦਾ, ਕਿਉਂਕਿ ਗੱਗੇ ਦੇ ਪੈਰ 'ਚ ਬਿੰਦੀ ਆ ਤੇ ਜ਼ਜ਼ੇ ਦੇ ਪੈਰ 'ਚ ਬਿੰਦੀ, ਗਗਾ ਜ਼ਜ਼ਾ ਮਗਜ਼ ਹੈ ਫਾਰਸੀ। ਇਹ ਤੀਸਰਾ ਖਾਣਾ ਮਗਜ਼ ਹੈਗਾ। ਜਿੱਦਾਂ ਦਿਮਾਗ, ਗੁੱਦਾ ਜੋ ਅਕਲ ਦਾ ਘਰ ਆ, ਇਹ ਭਾਵ ਮਗਜ਼ ਦਾ ਖਾਣਾ। ਤੇ ਇਹਦਾ ਡੂੰਘਾਈ ਨਾਲ ਇਹ ਅਰਥ ਆ ਵੀ ਪੜ੍ਹ ਲੈ ਕੇ ਉਸ ਤੋਂ ਜਿਹੜੀ ਰੋਟੀ ਖਾਣੀ ਆ, ਦੁਨੀਆਦਾਰੀ ਦੀ ਚਲਾਕੀਆਂ ਤੱਕ ਸੀਮਿਤ ਰਹਿਣਾ, ਇਹ ਤੇ ਹੈਗਾ ਗੋਸ਼ਤ ਖਾਣਾ। ਠੀਕ ਆ, ਇਹ ਹੈਗਾ ਮਾਸ ਦਾ ਖਾਣਾ। ਤੇ ਦੂਸਰਾ ਹੈਗਾ ਪੜ੍ਹਨ ਲਿਖਣ, ਜਿਵੇਂ ਡਿਗਰੀ ਹਾਸਲ ਕਰ ਲੈਣੀ, ਉਸ ਤੋਂ ਬਾਅਦ ਆਪਣੇ ਆਪ ਤੋਂ ਕਮਜ਼ੋਰ ਬੰਦਿਆਂ ਦੀ ਜਿਹੜੀ ਨਰਾਦਰੀ ਹੇਠੀ ਕਰਨੀ, ਵਿਤੰਡਾਵਾਦ ਕਰਨਾ, ਡਿਗਰੀ ਝਾੜਨੀ। ਇਹ ਜਗ੍ਹਾ ਹੱਡੀਆਂ ਦਾ ਚੂਸਣਾ। ਤੀਸਰਾ ਹੈਗਾ ਵਾ ਵੀ ਪੜ੍ਹ ਲੈ ਕੇ ਮਨ ਦੀ ਸ਼ਾਂਤੀ ਲਈ ਸਿਧਾਂਤ ਧਾਰਨ ਕਰਨਾ, ਦੇਸ਼ ਤੇ ਕੌਮ ਦੀ, ਗਰੀਬਾਂ ਦੁਖਿਆਰਿਆਂ ਦੀ, ਭੁੱਖੇ ਤੇ ਨੰਗੇ ਦੀ ਯੋਗ ਮਦਦ ਕਰਕੇ ਉਹਨਾਂ ਨੂੰ ਉੱਪਰ ਉੱਠਣ ਦਾ ਮੌਕਾ ਦੇਣਾ, ਇਹ ਮਗਜ਼ ਦਾ ਖਾਣਾ ਕਹਿੰਦੇ। ਉਸਤ ਖਾਨ ਹੁੰਦਾ ਨਾ ਵੀ ਭੋਜਨ ਕਰਕੇ ਜੋ ਸੁੱਟਦਾ ਏ ਮਾਸ ਦੀ ਹੱਡੀ ਮਾਸ ਖਾ ਕੇ, ਜਿਹੜਾ ਪੜ੍ਹ ਲੈ ਕੇ ਸਿਰ ਰੋਟੀ ਪਾਣੀ ਤੇ ਦੁਨੀਆਦਾਰੀ ਚਲਾਕੀਆਂ ਦਾ ਰਹਿਣਾ ਨਾ, ਇਹ ਮਾਸ ਖਾਣਾ। ਤੇ ਜਿਹੜੀ ਪੜ੍ਹਾਈ ਉਹਨੂੰ ਵਿਅਰਥ ਸਮਝ ਲਓ, ਹੱਡੀ ਵਾਂਗ ਫਲ ਦੀ ਗੁਠਲੀ ਵਾਂਗ ਸੁੱਟਣ ਵਾਲੀ ਗੱਲ ਆ। ਤੇ ਮਾਸ ਗੋਸ਼ਤ ਦੂਸਰਾ ਜਿਹੜਾ ਵੀ ਮਾਸ ਦਾ ਇਕੱਲਾ ਖਾਣਾ, ਇਕੱਲਾ ਮਾਸ ਹੀ ਹੋਣਾ। ਇਹ ਤੇ ਪੜ੍ਹਨਾ ਲਿਖਣਾ ਹਾਸਲ ਕਰਨੀ ਡਿਗਰੀ, ਫਿਰ ਆਪਣੇ ਆਪ ਤੋਂ ਕਮਜ਼ੋਰ ਬੰਦੇ ਦੀ ਨਰਾਦਰੀ ਕਰਨੀ। ਜਿਹੜਾ ਮੈਂ ਬਹੁਤਾ ਪੜ੍ਹਿਆ ਤੈਨੂੰ ਕੀ ਆਉਂਦਾ ਓਏ, ਵਿਤੰਡਾਵਾਦ ਕਰਨਾ, ਝਗੜਾ ਕਰਨਾ, ਇਹ ਤੇ ਹੱਡੀਆਂ ਦਾ ਚੂਸਣਾ ਆ। ਤੇ ਇਸ ਤਰ੍ਹਾਂ ਨਾਨਕ ਪ੍ਰਕਾਸ਼ ਆਉਂਦਾ। ਧਰਮ ਸ਼ਬਦ ਦੇ 13 ਅਰਥ ਮਾਨ ਕੋਸ਼ ਕੀਤੇ ਆ। ਤੇ ਇਸ ਪ੍ਰਕਾਰ ਕਾਮ ਵਾਸ਼ਨਾਵਾਂ ਹੁੰਦੀਆਂ ਤੇ ਮੁਕਤੀ ਦੇ ਕਲਿਆਣ ਹੁੰਦੀ। ਮੁਕਤੀ ਮੀਮਾਂਸਾ ਵੇਦਾਂਤ ਨੇ ਕਈ ਪ੍ਰਕਾਰ ਦੀ ਮੰਨੀ ਹੈ। ਸਿੱਖ ਮਤ ਅਨੁਸਾਰ ਦੇ ਮੁਕਤੀ ਇਹੋ ਹੀ ਆ ਵੀ
ਗੁਰਮੁਖਾਂ ਦੀ ਸੰਗਤ ਦੁਆਰਾ ਨਾਮ ਤੇ ਬ੍ਰਹਮ ਦੇ ਵਾਹਿਗੁਰੂ ਦਾ ਚਿੰਤਨ ਕਰਨਾ, ਅਭਿਆਸ ਕਰਨਾ, ਵਾਹਿਗੁਰੂ 'ਚ ਲਿਵ ਜੋੜਨਾ, ਹਉਮੈ ਦਾ ਤਿਆਗ ਕਰਨਾ, ਪਰਉਪਕਾਰ ਕਰਨਾ। ਹਾਂਜੀ, ਤੇ ਸਰੀਰ ਨੂੰ ਅਪਵਿੱਤਰਤਾ ਤੋਂ ਪਵਿੱਤਰਤਾ ਵਿੱਚ ਰੱਖਣਾ। ਫਿਰ ਨਾਮਦਾਨ ਇਸ਼ਨਾਨ ਦਾ ਜਿਹੜਾ ਰੋਜ਼ ਹੀ ਸੇਵਨ ਕਰਨਾ, ਤੇ ਇਹੀ ਮੁਕਤੀ ਆ। ਗੁਰਮੁਖ ਤੇ ਜੀਂਦਿਆਂ ਮਤਲਬ ਮੁਕਤ ਆ, ਜੀਵਨ ਮੁਕਤ ਵੀ ਆ, ਦੇਹ ਛੱਡੀ ਤੋਂ ਬਾਅਦ ਵੀ ਮੁਕਤ ਆ। ਮੀਮਾਂਸਾ ਅਨੁਸਾਰ ਤੇ ਅਭੀ ਸਵਰਗ ਦੀ ਪ੍ਰਾਪਤੀ ਹੋ ਜਾਣੀ ਹੈ, ਮੁਕਤੀ ਆ। ਵਿਦਾਂਤ ਵਿੱਚ ਇਹ ਆ ਵੀ ਜੀਵ ਦਾ ਪਰਮਾਤਮਾ ਵਿੱਚ ਭੇਦ ਹੋਣਾ, ਆਤਮਾ ਦਾ ਪਰਮਾਤਮਾ ਵਿੱਚ ਇਹ ਭੇਦ ਹੋਣਾ ਮੁਕਤੀ ਹੈ। ਇਸ ਪ੍ਰਕਾਰ ਜਿਹੜਾ ਵਾ ਇਹ ਮੁਕਤੀ ਬਾਰੇ ਦੱਸਿਆ। ਸੋ ਬਥੇਰਾ ਇਹਦਾ ਇੰਨਾ ਵਿਸਥਾਰ ਕੋਈ ਠੀਕ ਨਹੀਂ ਹੈ, ਬੜਾ ਇੰਨਾ ਹੀ। ਧਰਮ ਬਾਰੇ ਤਾਂ ਮਾਰ ਨੇ ਕਿਹਾ, ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਸਾਧਕ ਸੰਗ ਦ੍ਰਿੜੈ ਸਭ ਧਰਮ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਈ। ਇਹ ਧਰਮ ਬਾਰੇ ਦੱਸਿਆ। ਮਤਲਬ ਇੰਨਾ ਹੀ ਤੁਹਾਨੂੰ ਦੱਸੀਏ, ਪੜ੍ਹਨਾ ਗੁਣਨਾ ਸਰਬ ਗੁਣ। ਜਿਹੜਾ ਪੜ੍ਹ ਲਿਖ ਕੇ ਮਨ ਦੀ ਸ਼ਾਂਤੀ ਲਈ ਜਿਹੜਾ ਸਿਧਾਂਤ ਧਾਰਨ ਕਰਨਾ, ਪੜ੍ਹ ਕੇ ਨੂੰ ਗੁਣਨਾ ਕੇ ਵਿਚਾਰਨਾ ਜ਼ਰੂਰੀ ਆ। ਫਿਰ ਜਿਹੜਾ ਨਾ ਤੇ ਸਾਰੇ ਸਰਬ ਗੁਣ, ਕਲਾ, ਹੁਨਰ, ਵਧੀਆ ਵਿਚਾਰ ਕਿਤੋਂ ਹੀ ਲੈ ਲੈਣੇ ਚਾਹੀਦੇ। ਸ਼ਾਸਤਰਾਂ ਨੂੰ ਦੇ ਕੇ, ਸ਼ਾਸਤਰਾਂ ਦੀ ਜਿਹੜੀ ਅਵਲੋਏ ਆਗਿਆ ਵਿੱਚ ਰਹਿ ਕੇ ਤੇ ਕਰਮ ਕਰਨੇ ਚਾਹੀਦੇ। ਵਿਧੀ ਪੱਖ ਵਾਲੇ, ਨਿਖੇਧੀ ਪੱਖ ਵਾਲੇ ਨਹੀਂ ਕਰਨੇ ਚਾਹੀਦੇ। ਫਿਰ ਇਸੇ ਕਰਕੇ ਉਹ ਧਰਮ ਅਰਥ ਕਾਮ ਮੋਕਸ਼ ਇਹ ਪ੍ਰਾਪਤ ਹੋ ਜਾਂਦਾ। ਤੇ ਮੈਂ ਕੁਸਦੀ ਹੋਏ ਫਿਰ ਇਹਦੇ ਵਿੱਚ ਰਹਿੰਦੇ, ਧਰਮ ਅਰਥ ਕਾਮ ਪ੍ਰਾਪਤ ਹੋ ਜਾਏ, ਸ਼ਾਸਤਰ ਦੀ ਆਗਿਆ 'ਚ ਮਨੁੱਖ ਰਹੇ, ਸਾਰੇ ਗੁਣ ਧਾਰਨ ਕਰੇ, ਪੜ੍ਹ ਕੇ ਵਿਚਾਰੇ। ਕਹਿੰਦੇ ਇਹਨਾਂ ਵਿੱਚ ਇਹਦੀ ਰਹਿੰਦੇ ਜੀਵਨ ਮੁਕਤੀ ਹੋ ਜਾਂਦੀ, ਕੁਸਲੀ ਹੋ ਜਾਂਦੀ ਹੈ। ਕੁਸਲੀ ਨਾਮ ਮੁਕਤੀ ਦਾ, ਕਲਿਆਣ ਦਾ, ਉਹਦੀ ਕਲਿਆਣ ਹੋ ਜਾਂਦੀ। ਦੋਹਰਾ ਸ਼ਰਵਣ ਸੁਨਨ ਹਰ ਧਰਮ ਪੁੰਨ। ਆਪਣੇ ਕੰਨਾਂ ਨਾਲ, ਸ਼ਰਵਣ ਕੇ ਕੰਨਾਂ ਨਾਲ ਚੰਗੀਆਂ ਚੰਗੀਆਂ ਗੱਲਾਂ ਸੁਣਨੀਆਂ। ਫਿਰ ਸਰਵਣ ਸੁਣਨ, ਇਹ ਕੰਨਾਂ ਨਾਲ ਸਰਵਣ ਕਹੀਦਾ, ਕੰਨਾਂ ਨੂੰ ਸੁਣਨ ਕਹੀਦਾ, ਸੁਣਨ ਨੂੰ। ਕੰਨਾਂ ਨਾਲ ਚੰਗੀਆਂ ਚੰਗੀਆਂ ਗੱਲਾਂ ਸੁਣਨੀਆਂ ਤੇ ਅਰ ਧਰਮ ਪੁੰਨ, ਅਰ ਗਈ ਅਤੇ ਧਰਮੀ ਜਿਹੜਾ ਜੀਵਨ ਜਿਉਣਾ, ਤੇ ਪੁੰਨ ਕਰਮ ਕਰਨੇ। ਤੀਜਾ ਬੁੱਧ ਪ੍ਰਕਾਸ਼। ਇਹਨਾਂ ਤਿੰਨਾਂ ਕਰਕੇ ਜਿਹੜਾ ਨਾ ਮਨੁੱਖੀ ਬੁੱਧ ਵਿੱਚ ਜਿਹੜਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਠੀਕ ਹੈ ਜੀ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਤੇ ਕਹਿੰਦੇ ਸ਼ੋਕ ਬਰਾਬਰ ਸਤਰ ਨਹਿ, ਜਿਹੜਾ ਸ਼ੋਕ ਆ ਨਾ, ਹਾਂਜੀ, ਗਮ, ਚਿੰਤਾ, ਫਿਕਰ, ਇਹ ਸ਼ੋਕ ਚਿੰਤਾ ਗਮ ਦੇ ਬਰਾਬਰ ਕੋਈ ਵੈਰੀ ਨਹੀਂ। ਮਨੁੱਖੀ ਜਿਹੜੀ ਸੋਚ ਵਿਚਾਰ ਹੈ ਨਾ, ਉਹ ਖਤਮ ਹੋ ਜਾਂਦੀ ਹੈ ਸਹੀ। ਤੇ ਇਸ ਕਰਕੇ ਗਮ ਦੇ ਬਰਾਬਰ ਦਾ ਮਿੱਤਰ ਕੋਈ, ਇਹ ਸ਼ਤਰੂ ਵੈਰੀ ਨਹੀਂ ਹੈ ਕੋਈ। ਇਨਕਾ ਕਰੇ ਵਿਨਾਸ਼, ਇਸ ਲਈ ਇਹਨਾਂ ਚਿੰਤਾ ਨੂੰ ਮਨੁੱਖ ਦਾ ਵੱਡਾ ਦੁਸ਼ਮਣ ਮੰਨਿਆ ਗਿਆ ਆ। ਤੇ ਇਹਦਾ ਬੰਦਾ ਨਾਸ਼ ਹੀ ਕਰੇ, ਚਿੰਤਾ ਨਾ ਕਰੇ, ਕਿਉਂਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਨਕਾ ਕਰੇ ਪਾਠ ਦੇ ਰਾਰੇ ਦਿਲਾਵਾਂ, ਇਨਕਾ ਕਰੇ ਵਿਨਾਸ਼। ਠੀਕ ਹੈ ਜੀ। ਸਰਵਣ ਮੰਨਣਾ, ਕੰਨਾਂ ਨਾਲ ਚੰਗੀ ਸਿੱਖਿਆ ਨੂੰ ਸੁਣ ਕੇ ਪ੍ਰਭੂ ਦਾ ਜਸ ਜਿਹੜਾ ਵਾ ਉਹਦਾ ਮੰਨਣ
ਕਰਨਾ ਚਾਹੀਦਾ ਆ। ਸਰਵਣ ਸੁਣਨ ਪਾਠ ਆ ਮੁੱਖ, ਉਹਦਾ ਅਰਥ ਕਰ ਲਿਆ। ਕਈ ਥਾਵਾਂ 'ਤੇ ਮੰਨਣ ਪਾਠ ਵੀ ਕੀਤਾ, ਵੀ ਪਹਿਲਾਂ ਕੰਨਾਂ ਨਾਲ ਚੰਗੇ ਗੁਰੂ ਦਾ ਜਸ ਸੁਣ ਕੇ ਨਾ ਪ੍ਰਭੂ ਦਾ, ਫਿਰ ਆ ਮੰਨਣ ਕਹੀਏ, ਉਹਦਾ ਮੰਨਣਾ ਕਰੇ, ਉਹਦਾ ਵਿਚਾਰ ਕਰੇ, ਫਿਰ ਨਿਧਿਆਸਨ ਕਰੇ। ਹਰ ਪੁੰਨ ਧਰਮ ਪੁੰਨ ਅਤੇ ਧਰਮ ਨੂੰ ਧਾਰਨ ਕਰਨਾ। ਠੀਕ ਆ ਹੈ। ਤੇ ਪੁੰਨ ਕਰਮ ਕਰਨੇ, ਧਰਮ ਪੁੰਨ, ਜਾਂ ਵੀ ਧਰਮ ਵਿੱਚ ਰਹਿ ਕੇ ਪੁੰਨ ਕਰੇ। ਤੇ ਤੀਜਾ ਬੁੱਧ ਪ੍ਰਕਾਸ਼, ਬੁੱਧੀ ਵਿੱਚ ਜਿਹੜਾ ਪ੍ਰਕਾਸ਼ ਗਿਆਨ ਦਾ ਹੋਣਾ। ਇਹ ਤਿੰਨ ਚੀਜ਼ਾਂ ਹਾਂਜੀ, ਇਹ ਬੜੀਆਂ ਮਹਾਨ ਆ। ਤੇ ਸੋਕ ਬਰਾਬਰ ਸਤਰ ਨੇ, ਚਿੰਤਾ ਬਰਾਬਰ ਕੋਈ ਵੈਰੀ ਨਹੀਂ ਹੈ। ਠੀਕ ਹੈ ਜੀ। ਤੇ ਇਨਕਾ ਕਰੇ ਬਨਾਸ਼, ਇਸ ਚਿੰਤਾ ਦਾ ਤੇ ਨਾਸ਼ ਹੀ ਕਰੇ। ਉਹ ਪਰਮੇਸ਼ਰ ਨੂੰ ਫਿਰ ਚਿੰਤਾ ਹੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ। ਠੀਕ ਹੈ। ਮਤਲਬ ਸਰਵਣ ਸੁਣਨ ਅਰ ਧਰਮ ਪਾਉਣ, ਉਹਦਾ ਅਰਥ ਆਪਾਂ ਪਹਿਲਾਂ ਕੀਤਾ ਸੀ। ਤੇ ਸਰਵਣ ਮੰਨਣ ਅਰ ਧਰਮ ਪਾਉਣਾ। ਜੇ ਸਰਵਣ ਮੰਨਣ ਪਾਠ ਆ ਗਿਆ ਤੇ ਫਿਰ ਇਹ ਕਹਿਣਾ ਵੀ ਕੰਨਾਂ ਨਾਲੋਂ ਵਾਹਿਗੁਰੂ ਦਾ ਜਸ ਜਿਹੜਾ ਸਰਵਣ ਕਰੇ, ਸਰਵਣ ਹੋ ਮੇਰੇ ਸਾਚੇ ਸੁਣਨਾ ਨੂੰ ਬਿਠਾਏ। ਤੇ ਜਸ ਸੁਣ ਕੇ ਫਿਰ ਉਹਦਾ ਮੰਨਣ ਕਰੇ, ਮੰਨਣਾ ਹੀ ਜ਼ਰੂਰੀ ਹੈ। ਉਹਦਾ ਫਿਰ ਨਿਧਿਆਸਨ ਕਰਨਾ ਬੜਾ ਜ਼ਰੂਰੀ। ਇਸ ਤਰ੍ਹਾਂ ਧਰਮ ਦਾ ਜਿਹੜਾ ਆ, ਧਰਮ ਦੇ ਵਿੱਚ ਰਹਿ ਕੇ ਪੁੰਨ ਕਰੇ। ਤੇ ਤੀਜਾ ਜੇ ਬੁੱਧੀ ਵਿੱਚ ਜਿਹੜਾ ਗਿਆਨ ਦਾ ਪ੍ਰਕਾਸ਼ ਹੋ ਜਾਣਾ, ਇਹ ਬੜੇ ਮਹਾਨ ਆ। ਤੇ ਸੋਕ ਚਿੰਤਾ ਨਾ ਕਰੇ, ਕਿਉਂਕਿ ਚਿੰਤਾ ਬਰਾਬਰ ਸਤਰ ਨੇ, ਵੈਰੀ ਨਹੀਂ ਕੋਈ ਹੈਗਾ। ਇਨਕਾ ਕਰੇ ਵਿਨਾਸ਼, ਇਹਦਾ ਤੇ ਨਾਸ਼ ਹੀ ਕਰੇ। ਇਹਨੂੰ ਖਤਮ ਕਰ ਦੇ ਚਿੰਤਾ ਨੂੰ। ਇਹ ਕਹਿ ਰਹੇ ਰਿਣੀ ਕੁਮਾਰੀ ਕੋ ਪਿਤਾ, ਜੋ ਰਿਣੀ ਕਰਜਾਈ ਹੈ। ਫਿਰ ਜੋ ਕੁਮਾਰੀ, ਕੁਮਾਰੀ ਕੀ ਕੁਵਾਰੀ, ਜੋ ਕੁਵਾਰੀ ਜਵਾਨ ਲੜਕੀ ਕੋ ਦਾ ਅਰਥ ਦਾ, ਜੋ ਜਵਾਨ ਲੜਕੀ ਦਾ ਕੁਵਾਰੀ ਦਾ ਪਿਤਾ ਹੈ। ਜੇ ਸਿਰ ਵੈਰੀ ਹੋਏ ਅਤੇ ਜਿਸ ਦੇ ਸਿਰ ਉੱਪਰ ਵੈਰੀ ਕਹੀਏ ਦੁਸ਼ਮਣ ਖਲੋਤਾ ਹੋਏ, ਵੈਰੀ ਖਲਾਣ ਕੇ ਖੜਾ ਹੋਇਆ ਹੋਏ। ਸਿਰ ਪਾਠ ਜਿਹੜਾ ਨਾ ਦੇ ਸੱਸੇ ਨੂੰ ਸਿਹਾਰੀ ਤੇ ਰਾਰਿਆਂ ਨੂੰ ਸਿਹਾਰੀ ਪਾਉਣੀ। ਇਨ ਤੀਨੋਂ ਕੇ ਨੈਣ ਮਹਿ, ਇਹਨਾਂ ਤਿੰਨਾਂ ਦੇ ਨੈਣ ਕਹੀਏ ਨੇਤਰਾਂ ਵਿੱਚ ਨਿੰਦਰਾ ਕਵੀ ਨਾ ਹੋਏ, ਕਦੀ ਨੀਂਦ ਨਹੀਂ ਜੇ ਹੁੰਦੀ। ਇੱਕ ਤੇ ਕਰਜਾਈ ਨੂੰ, ਇੱਕ ਕੁਵਾਰੀ ਲੜਕੀ ਦਾ ਪਿਤੇ ਨੂੰ, ਬਾਪ ਨੂੰ, ਤੇ ਜਿਹਦੇ ਸਿਰ ਵੈਰੀ ਖੜਾ ਹੋਇਆ ਉਹਨੂੰ ਕਿਸੇ ਨੀਂਦ ਨਾ ਆਉਂਦੀ। ਉਹਨੂੰ ਨੀਂਦ ਕਿੱਥੋਂ ਆਉਣੀ ਹੈ। ਭਾਵ ਕਿ ਕਰਜ਼ ਦਾ ਜਿਹੜਾ ਮਨੁੱਖ ਆ, ਉਹਨੂੰ ਲੈਣੇਦਾਰਾਂ ਦਾ ਫਿਕਰ ਵੀ ਜੇ ਮੈਂ ਵੀ ਕਰਜ਼ਾਈ ਮਨੁੱਖ ਤੇ ਤਾਂ ਫੜੇ ਹੋਏ ਪੈਸਿਆਂ ਤੋਂ ਚਿੰਤਾ ਲੱਗੀ ਰਹਿੰਦੀ। ਜੇਕਰ ਸਮੇਂ ਸਿਰ ਵੀ ਕਰਜ਼ਾ ਨਾ ਦਿੱਤਾ, ਉਹ ਇਹਦਾ ਵਿਆਜ ਹੀ ਦੂਣਾ ਚੁਗਣਾ ਹੋ ਜਾਣਾ। ਕਿੱਥੋਂ ਦੇਵਾਂਗੇ ਪੈਸੇ ਚੜੇ ਸਿਰ ਤੇ, ਲੋਕ ਇੱਦਾਂ ਹੁੰਦੇ ਨਾ। ਤੇ ਕੁਆਰੀ ਲੜਕੀ ਦੇ ਪਿਤਾ ਨੂੰ ਵੀ ਸੁੱਖ ਦੀ ਨੀਂਦ ਨਹੀਂ, ਕਿਉਂਕਿ ਉਸਨੂੰ ਆਪਣੀ ਲੜਕੀ ਦੇ ਲਈ ਯੋਗ ਵਰ ਦੀ ਲੋੜ ਹੁੰਦੀ ਹੈ। ਜਾਂ ਫਿਰ ਵੀ ਜਵਾਨ ਲੜਕੀ ਆ, ਘਰ ਵਿੱਚ ਕਿਤੇ ਬਾਹਰ ਗਈ ਹੋਵੇ, ਜਿਤਨਾ ਚਿਰ ਤੱਕ ਪਿਤਾ ਉਸਨੂੰ ਠੀਕ ਠਾਕ ਨਹੀਂ ਦੇਖ ਲੈਂਦਾ, ਉਤਨਾ ਚਿਰ ਸੁੱਖ ਵਿੱਚ ਨਹੀਂ ਸੌਂਦਾ। ਥੋ ਵਿਚਾਰਾਂ ਆਉਂਦੀਆਂ ਜਵਾਨ ਧੀ ਦੇ ਪਿਓ ਨੂੰ, ਉਹਦੇ ਛੇਤੀ ਵਿਆਹ ਦੀ ਚਿੰਤਾ ਲੱਗੀ ਰਹਿੰਦੀ ਆ। ਤੇ ਜਿਹਦੇ ਸਿਰ ਦੇ ਉੱਪਰ ਵੈਰੀ ਦਾ ਪੈ, ਉਹਨੂੰ ਕਦੀ ਸੁੱਖ ਦੀ ਨੀਂਦ ਨਹੀਂ ਆਉਂਦੀ। ਹਰ ਸਮੇਂ ਚਿੰਤਾ ਲੱਗੀ ਰਹਿੰਦੀ, ਮੇਰਾ ਦੁਸ਼ਮਣ। ਡਰ ਨੂੰ ਰਹਿੰਦਾ ਵੀ ਪਤਾ ਨਹੀਂ ਕਿ ਜਿਹੜਾ ਵਾ ਉਹਨੂੰ ਚਿੰਤਾ ਹੀ ਲੱਗੀ ਰਹਿੰਦੀ, ਪਤਾ ਨਹੀਂ ਵੀ ਮੇਰਾ ਨਾਲ ਕੀ ਹੋ ਜਾਣਾ, ਕਿਦੋਂ ਮੈਨੂੰ ਆ ਕੇ ਫੜ ਲੈਣਾ। ਗੁਰਬਿਲਾਸ ਪਾਤਸ਼ਾਹੀ 6ਵੀਂ 'ਚ ਵੀ ਲਿਖਿਆ ਨਾ, ਰਿਣੀ ਕੁਆਰੀ
ਕੋ ਪਿਤ ਸਿਰ ਬਹਿ ਕੁਵਾਰੀ ਕੋ ਪਿਤ ਸਿਰ ਬੈਰੀ। ਇਨ ਨੈਣਨ ਨਹਿ ਨਿੰਦਰਾ ਹੇਰੀ। ਇਹਨਾਂ ਦੇ ਨੇਤਰਾਂ ਵਿੱਚ ਕਦੀ ਨਿੰਦਰਾ ਨਹੀਂ ਵੇਖੀ, ਹੇਰੀ ਵੀ ਵੇਖੀ ਜਾਂਦੀ। ਜੋ ਕਰਜਾਈ ਆ ਤੇ ਕੁਵਾਰੀ ਲੜਕੀ ਦਾ ਪਿਤਾ ਵਾ ਤੇ ਜਿਹਦੇ ਸਿਰ ਤੇ ਵੈਰੀ ਖੜਾ ਆ, ਉਹਦਾ ਨਹੀਂ, ਉਹਦਾ ਬੁਰਾ ਹੀ ਹਾਲ ਹੁੰਦਾ। ਸੋ ਇਸ ਪ੍ਰਕਾਰ ਇਹ ਜਿਹੜਾ ਕਹਿ ਰਹੇ ਹਨ, ਇੱਥੇ ਅੱਜ ਆਪਾਂ 4 ਜਿਹੜੇ ਹੋ ਗਏ ਹਨ, ਇੱਕ ਹੋਰ ਕਰ ਹੀ ਲੈਨੇ। ਜਦਪ ਰੂਪ ਕੁਰੂਪ ਹੈ ਜਦ ਪਦਾਰਥ ਪੱਪੇ ਨੂੰ ਸਿਆਰੀ। ਜਦਪ ਜਿਹੜਾ ਨਾ, ਇਹਦੇ ਪੱਪੇ ਨੂੰ ਸਿਆਰੀ ਵੀ ਪਾਉਣੀ। ਚਾਣਕ ਰਿਸ਼ੀ ਜੀ ਕਹਿੰਦੇ ਆ, ਜਦਪ ਭਾਵੇਂ ਕੋਈ ਸੁੰਦਰ ਰੂਪ ਤੋਂ ਕੁਰੂਪ ਕਹੀਏ ਭੈੜੇ ਰੂਪ ਵਾਲਾ ਹੈ, ਬਸਤਰਹੀਨ ਤਨਸ਼ਾਰ, ਫਿਰ ਕੱਪੜੇ ਤੋਂ ਹੀਣਾ ਰਹਿਤ ਆ ਤੇ ਤਨਸ਼ਾਰ, ਸਰੀਰ ਨੂੰ ਸ਼ਾਰ ਕਹੀਏ ਸਵਾ ਮਿੱਟੀ ਲੱਗੀ ਹੋਈ ਹੈ। ਤਦਪ ਵਿਦਿਆਵਾਨ ਕੋ ਤਦਪ, ਫੇਰ ਵੀ ਤਾਂ ਵੀ, ਫੇਰ ਵੀ ਕਹਿੰਦੇ ਵੈਸੇ ਵਿਦਵਾਨ ਪੁਰਖ ਨੂੰ, ਵਿਦਵਾਨਾਂ ਦੀ ਸਭਾ ਦੇ ਵਿੱਚ ਤਦਪ ਵਿਦਿਆਵਾਨ ਕੋ, ਤਦ ਵੀ ਵਿਦਿਆਵਾਨ ਪੁਰਖ ਕੋ ਦਾ ਅਰਥ ਨੂੰ, ਵਿਦਿਆਵਾਨ ਪੁਰਖ ਨੂੰ ਸਭਾ ਮਾਹੇ ਅਧਿਕਾਰ, ਸਭਾ ਦੇ ਵਿੱਚ ਬੈਠਣ ਦਾ ਅਧਿਕਾਰ ਆ, ਹੱਕ ਆ। ਭਾਵੇਂ ਵਿਦਵਾਨ ਪੁਰਖ ਚੰਗੇ ਸੁੰਦਰ ਰੂਪ ਵਾਲਾ ਵੀ ਨਾ ਹੋਵੇ। ਕਰੂਪ ਦਾ ਇਹ ਭਾਵ ਆ ਕਿ ਸਰੀਰ ਸੁੰਦਰ ਨਾ ਹੋਵੇ, ਸੁੰਦਰ ਰੂਪ ਵਾਲਾ ਨਾ ਹੋਵੇ ਤੇ ਏਡਾ ਸੋਹਣਾ ਨਾ ਹੋਵੇ, ਅੰਨਾ ਲੂਲਾ ਲੰਗਾ ਟੁੰਡਾ 8 ਵਾਲ ਪੈਂਦੇ ਹੋਣ, ਫਿਰ ਕੱਪੜੇ ਵੀ ਇਹਦੇ ਮੈਲੇ ਕਚੈਲੇ ਹੋਣ, ਸਰੀਰ ਵੀ ਸਵਾਹ ਮਿੱਟੀ ਨਾਲ ਲਿਬੜਿਆ ਪਿਆ ਹੋਵੇ, ਪਰ ਫਿਰ ਵੀ ਸ੍ਰੇਸ਼ਟ ਪੁਰਖਾਂ ਦੀ ਸੰਗਤ ਵਿੱਚ ਬੈਠਾ ਹੋਇਆ ਉਹ ਸੋਭਾ ਪਾਉਂਦਾ ਵਿਦਵਾਨ। ਅਸ਼ਟਾਬਕਰ ਦਾ ਜਿਹੜਾ ਰਿਸ਼ੀ ਸੀ, ਅਸ਼ਟਾਬਕਰ ਵੇਖੋ 8-8 ਵਾਲ ਪੈਂਦੇ, ਜਿਹਨੂੰ ਤੁਰਦਾ ਵੇਖ ਕੇ ਸਾਰੇ ਹੱਸਦੇ ਸੀ, ਪਰ ਉਸਨੇ ਜਨਕ ਦੇ ਦਰਬਾਰ ਵਿੱਚ ਜਾ ਕੇ ਬਹੁਤ ਆਦਰ ਮਾਣ ਪ੍ਰਾਪਤ ਕੀਤਾ ਸੀ। ਆਪਣੇ ਪਿਤਾ ਦੇ ਸਾਰੇ ਕੈਦ ਕੀਤੇ ਜੋ ਹੋਏ ਵਿਦਵਾਨਾਂ ਨੂੰ ਛਡਾਇਆ ਜਿਹੜੇ ਹੱਸਦੇ ਸਨ। ਭਾਵ ਇਹ ਆ ਕਿ ਵਿਦਿਆ ਮਨੁੱਖ ਨੂੰ ਅੰਦਰਲੀ ਸੁੰਦਰਤਾ ਸਿਖਾ ਦਿੰਦੀ ਹੈ, ਬਣਾ ਦਿੰਦੀ ਅੰਦਰੋਂ ਸੁੰਦਰਤਾ ਵਾਲਾ। ਉਸ ਅੰਦਰਲੀ ਸੁੰਦਰਤਾ ਕਰਕੇ ਵਿਦਵਾਨ ਪੁਰਖ ਸੋਭਾ ਪਾਉਂਦੇ। ਸਾਰਗ ਤਾਲੀ ਚੀਜ਼ ਦਾ ਪ੍ਰਕਰਨ ਆਉਂਦਾ ਹੈ, ਅਲੰਕਾਰ ਪਟ ਭੇਖ ਬਿਨ ਜਦਪ ਹੋਏ ਕਰੂਪ, ਸੋਭਤ ਸੰਤਨ ਸਭਾ ਥਿਤ ਜਨ ਵਿਦਵਾਨ ਅਨੂਪ। ਅਲੰਕਾਰ ਭਾਵ ਗਹਿਣਿਆਂ ਤੋਂ ਪਟ, ਸੋਹਣੇ ਸੋਹਣੇ ਕੱਪੜਿਆਂ ਤੇ ਇਹੋ ਜਿਹੇ ਲਿਬਾਸ, ਭੇਖ ਲਿਬਾਸ ਤੋਂ ਬਿਨਾਂ ਵੀ ਹੋਵੇ, ਤੇ ਜਦਪ ਹੋਏ ਕਰੂਪ, ਭਾਵੇਂ ਕਿ ਉਹ ਕਰੂਪ ਵੀ ਹੋਵੇ, ਸੋਹਣਾ ਨਾ ਹੋਵੇ। ਸੋਭਤ ਸੰਤਨ ਸਭਾ ਥਿਤ, ਸੰਤਾਂ ਦੀ ਸੋਭਾ ਵਿੱਚ ਥਿਤ ਕਈ ਖੜਾ ਹੋਇਆ ਵਿਦਵਾਨ ਜਨ ਉਪਮਾ ਤੋਂ ਰਹਿਤ ਫਿਰ ਵੀ ਸੌਂਦਾ ਹੀ, ਚੰਗਾ ਹੀ ਲੱਗਦਾ। ਹੋਣੀ ਹੁੰਦੀ ਨਾ ਸੰਤ ਕਈ, ਆਪਾਂ ਕਦੀ ਵੇਖਿਆ ਉਹਨੂੰ ਵੀ ਇਹ ਵੀ ਕਾਲਾ ਵਾ ਜੀ, ਜਵਾਨ ਨਹੀਂ ਨਾ, ਉਹਦੀ ਵਿਦਿਆ ਵੇਖ ਕੇ ਆਪਾਂ ਹੱਕੇ ਬੱਕੇ ਰਹਿ ਜਾਂਦੇ, ਭਾਈ ਪੜਿਆ ਬੜਾ, ਉਹ ਗੱਲ ਨਹੀਂ ਕਰਨ ਦਿੰਦਾ। ਇਸ ਪ੍ਰਕਾਰ ਉਹਦੀ ਵਿਦਿਆਵਾਨ ਪੁਰਸ਼ ਦੀ ਕਦਰ ਹੁੰਦੀ। ਇਹ ਕਹਿਣ ਦਾ ਜਿਹੜਾ ਪ੍ਰਯੋਜਨ ਆ, ਜਦਪ ਰੂਪ ਕਰੂਪ ਹੈ, ਤੇ ਭਾਵੇਂ ਕਿ ਜਿਹੜਾ ਰੂਪ ਆ ਉਹ ਏਡਾ ਸੋਹਣਾ ਨਹੀਂ ਤੇ ਕਰੂਪ ਹੈ ਵੀ ਭੈੜਾ ਜਿਹਾ ਹੀ ਆ, ਸੋਹਣਾ ਰੰਗ ਨਹੀਂ ਹੈ, ਬਦਸ਼ਕਲ ਜਿਹਾ ਹੀ ਆ, ਫਿਰ ਬਸਤਰਾਂ ਤੋਂ ਹੀਣਾ ਵਾ, ਕੱਪੜੇ ਵੀ ਚੰਗੇ ਨਹੀਂ, ਮੈਲੇ ਕਚਾਲੇ ਜਿਹੇ ਪਾਏ ਆ, ਤਨ ਸਾਰ ਸਰੀਰ ਤੇ ਸੁਆਹ ਮਲੀ ਮਿੱਟੀ ਘੱਟੇ ਨਾਲ ਲਿਬੜਿਆ ਹੋਇਆ, ਪਤਲਾ ਦੁਬਲਾ ਕਮਜ਼ੋਰ ਜਿਹਾ ਹੀ ਆ, ਐਵੇਂ ਖੇ ਜਿਹਾ ਹੀ ਸਰੀਰ ਆ। ਤਦਪ ਵਿਦਿਆਵਾਨ ਕੋ, ਫਿਰ ਵੀ ਕਹਿੰਦੇ ਜਿਹੜਾ ਵਿਦਿਆਵਾਨ ਪੁਰਸ਼ ਆ ਉਸਨੂੰ ਸਭਾ ਮਾਹੇ ਅਧਿਕਾਰ, ਸਭਾ ਦੇ ਵਿੱਚ ਅਧਿਕਾਰ ਆ, ਉਹ ਵਿਦਵਾਨ ਜਨਾਂ ਦੀ ਉੱਥੇ ਸਭਾ ਵਿੱਚ ਮਾਣ ਸਤਿਕਾਰ ਪਾਉਂਦਾ ਆ। ਉਹ ਪੜ੍ਹਿਆ ਲਿਖਿਆ ਸਟੇਜ ਤੇ ਚੜ੍ਹਦਾ ਪੂਰਾ ਹੱਕਦਾਰ ਆ। ਸ਼ਕਲ ਨਹੀਂ ਉਹਦੀ ਵੇਖੀ ਜਾਂਦੀ, ਵਿਦਿਆ ਵੇਖੀ ਜਾਂਦੀ।
ਸੋ ਆਪਾਂ ਇੱਥੇ ਜਿਹੜੀ ਅੱਜ ਸਮਾਪਤੀ ਕਰੀਏ। 5 ਜਿਹੜੇ ਹੋ ਚੁੱਕੇ ਦਾ ਵਿਸਥਾਰ ਕੁਝ ਜ਼ਿਆਦਾ ਹੀ ਸੀ, ਜਿੰਨੀ ਕੁ ਸਮਝ ਪਈ ਆਪਾਂ ਪੜ੍ਹਿਆ ਵਿਚਾਰਿਆ। ਦੋਹਰਾ ਜਦਪ ਰੂਪ ਕਰੂਪ ਹੈ, ਬਸਤਰ ਹੀਨ ਤਨ ਸ਼ਾਰ, ਤਦਬ ਵਿਦਿਆਵਾਨ ਕੋ ਸਭਾ ਮਾਹੇ ਅਧਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।